रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਥਾਂ ਤੇ ਬੈਠ ਕੇ ਸਾਨੂੰ ਲਾਈਵ ਸੁਣ ਸਕਦੇ ਹੋ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604 592 9191 604-592-9191 ਸਾਡਾ ਸਟੂਡੀਓ ਦਾ ਨੰਬਰ ਹੈ। ਕਿਸੇ ਵੀ ਵਕਤ ਤੁਸੀਂ ਇਹ ਨੰਬਰ ਡਾਇਲ ਕਰਕੇ ਸਾਡੇ ਕਿਸੇ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਸ਼ਰੀਕ ਹੋ ਸਕਦੇ ਹੋ, ਆਪਣੀ ਗੱਲ ਰੱਖ ਸਕਦੇ ਹੋ। ਸੋ ਆਓ ਅੱਜ ਦੇ ਅਸੀਂ ਦਾ ਸੰਡੇ ਸ਼ੋਅ ਦੇ ਵਿਸ਼ੇ ਵੱਲ ਵਧਦੇ ਹਾਂ। ਨਿਰਧਾਰਿਤ ਸਾਡੇ 4 ਪੜਾਵੀ ਪ੍ਰੋਗਰਾਮ ਦੇ ਵਿਸਥਾਰ ਦੇ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਜਿਸ ਤਰ੍ਹਾਂ ਕਿ ਸਾਡੇ ਪਹਿਲਾ ਪੜਾਅ ਗਿੱਲ ਸਾਹਿਬ ਸ਼ੁਰੂ ਹੁੰਦਾ ਹੈ ਇਤਿਹਾਸ ਦੇ ਝਰੋਖੇ ਚੋਂ ਜੀ। 30 ਜਨਵਰੀ 1948 ਨੂੰ ਸ਼ਾਂਤੀ ਦੇ ਪੁੰਜ ਮੰਨੇ ਜਾਂਦੇ ਮਹਾਤਮਾ ਗਾਂਧੀ ਹੁਣਾਂ ਨੂੰ ਆਜ਼ਾਦ ਭਾਰਤ ਦੇ ਪਹਿਲੇ ਅੱਤਵਾਦੀ ਮੰਨੇ ਜਾਂਦੇ ਨੱਥੂਰਾਮ ਗੋਡਸੇ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਹਾਤਮਾ ਗਾਂਧੀ ਦੀ ਇਸ ਹੱਤਿਆ ਲਈ ਗੋਡਸੇ ਨੂੰ ਜ਼ਿੰਮੇਵਾਰ ਠਹਿਰਾ ਕੇ ਸਾਡੀਆਂ ਅਸੀਂ ਚੁੱਪ ਕਰ ਜਾਂਦੇ ਹਾਂ। ਅਸੀਂ ਸ਼ਾਇਦ ਇੱਕ ਵੱਡੀ ਸਾਜ਼ਿਸ਼ ਦੇ ਉੱਤੇ ਪਰਦਾ ਪਾ ਦਿੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਵੀ ਇਹ ਕੀ ਨੱਥੂਰਾਮ ਗੋਡਸੇ ਤੱਕ ਹੀ ਗੱਲ ਸੀਮਤ ਸੀ ਜਾਂ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਵੀ ਸੀ, ਕਿਉਂਕਿ ਇਹ ਕਾਰਾ ਕੋਈ ਮਾਮੂਲੀ ਨਹੀਂ ਲੱਗਦਾ ਜੀ। ਭੰਮ ਸਾਹਿਬ, ਜੋ 30 ਜਨਵਰੀ ਦਾ ਦਿਨ ਹੈ ਉਸ ਨੂੰ ਅਸੀਂ ਭਾਰਤ ਦੇ ਵਿੱਚ ਮਾਰਟਾਇਰਸ ਡੇ ਯਾਨੀ ਕਿ ਸ਼ਹਾਦਤ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ ਜੀ। ਜਦੋਂ ਨੱਥੂਰਾਮ ਗੋਡਸੇ ਨਾਮ ਦੇ ਇੱਕ ਮਨਚਲੇ ਵਿਅਕਤੀ ਨੇ, ਜਿਸਨੂੰ ਭਾਰਤ ਦਾ ਪਹਿਲਾ ਅੱਤਵਾਦੀ ਵੀ ਕਿਹਾ ਜਾਂਦਾ ਹੈ, ਆਜ਼ਾਦ ਭਾਰਤ ਦਾ, ਉਸਨੇ ਮਹਾਤਮਾ ਗਾਂਧੀ ਨੂੰ 3 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਰ ਉਹ ਸਰੀਰਕ ਤੌਰ ਤੇ ਉਸਨੇ ਗਾਂਧੀ ਨੂੰ ਮਾਰ ਦਿੱਤਾ, ਪਰ ਜਿਹੜੇ ਗਾਂਧੀ ਦੇ ਵਿਚਾਰ ਹੈ ਭੰਮ ਸਾਹਿਬ, ਉਹ ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਪ੍ਰਭਾਵ ਫੈਲਿਆ ਜੀ। ਤੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਵੱਡੇ ਆਗੂ ਜਿਹੜੇ ਕਲੋਨੀਅਲਿਜ਼ਮ ਦੇ ਖਿਲਾਫ ਲੜ ਰਹੇ ਸੀ, ਰੇਸ਼ਿਜ਼ਮ ਦੇ ਖਿਲਾਫ ਲੜ ਰਹੇ ਸੀ, ਚਾਹੇ ਉਹ ਸਾਊਥ ਅਫਰੀਕਾ ਦੇ ਵਿੱਚ ਨੈਲਸਨ ਮੰਡੇਲਾ ਹੋਣ ਜੀ, ਚਾਹੇ ਉਹ USA ਦੇ ਵਿੱਚ ਸਿਵਲ ਰਾਈਟਸ ਦੇ ਲਈ ਲੜ ਰਹੇ ਮਾਰਟਿਨ ਲੂਥਰ ਕਿੰਗ ਜੂਨੀਅਰ ਹੋਣ, ਸਾਰਿਆਂ ਨੇ ਹੀ ਗਾਂਧੀ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਿਆ ਤੇ ਆਪਣਾ ਮਾਣਯੋਗ ਇੱਕ ਦੁਨੀਆ ਦੀ ਬਹੁਤ ਵੱਡੀ ਸ਼ਖਸੀਅਤ ਮੰਨਿਆ। ਸੋ ਅੱਜ ਭੰਮ ਸਾਹਿਬ ਅਸੀਂ ਗੱਲ ਕਰ ਰਹੇ ਹਾਂ ਮਹਾਤਮਾ ਗਾਂਧੀ ਦੇ ਕਤਲ ਦੀ ਜੀ। ਸੋ ਇਸ ਕਤਲ ਦੇ ਵਿੱਚ ਭੰਮ ਸਾਹਿਬ ਜਿਹੜਾ ਨੱਥੂਰਾਮ ਗੋਡਸੇ ਸੀ ਉਹ ਤਾਂ ਸਿਰਫ ਇੱਕ ਟ੍ਰਿਗਰ ਖਿੱਚਣ ਵਾਲਾ ਜਿਹੜਾ ਉਹ ਪਿਆਦਾ ਸੀ ਜੀ। ਇਸ ਦੇ ਪਿੱਛੇ ਜਿਹੜੀ ਇੱਕ ਤਾਕਤ ਕੰਮ ਕਰ ਰਹੀ ਸੀ ਭੰਮ ਸਾਹਿਬ, ਉਹ ਸੀ ਫਿਰਕਾ ਪ੍ਰਸਤੀ ਦੀ ਤਾਕਤਾਂ। ਜਿਹੜੀਆਂ ਫਿਰਕਾ ਪ੍ਰਸਤ ਤਾਕਤਾਂ ਨੇ ਜੀ, ਉਹਨਾਂ ਨੇ ਇੱਕ ਮਾਹੌਲ ਇਹੋ ਜਿਹਾ ਕ੍ਰੀਏਟ ਕੀਤਾ, ਇਹੋ ਜਿਹਾ ਮਾਹੌਲ ਤਿਆਰ ਕੀਤਾ ਜਿਸ ਦੇ ਵਿੱਚ ਮਹਾਤਮਾ ਗਾਂਧੀ ਵਰਗੇ ਸਰਵਉੱਚ ਨੇਤਾ ਨੂੰ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਰਾਸ਼ਟਰ ਦੀ ਆਜ਼ਾਦੀ ਦੇ ਵਾਸਤੇ ਤੇ ਲੋਕਾਂ ਦੇ ਦੱਬੇ ਕੁਚਲੇ ਲੋਕਾਂ ਦੇ ਉਤਥਾਨ ਵਾਸਤੇ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਜੀ ਤੇ ਸੱਚ ਤੇ ਹਿੰਸਾ ਦੇ ਮਾਰਗ ਤੇ ਹਮੇਸ਼ਾ ਅੱਗੇ ਚੱਲਦੇ ਰਹੇ, ਉਹਨਾਂ ਨੂੰ ਕੋਈ ਗੋਲੀ ਮਾਰ ਦੇਵੇ, ਇਹੋ ਜਿਹਾ ਮਾਹੌਲ ਜਿਹੜਾ ਹੈ ਉਹ ਫਿਰਕਾ ਪ੍ਰਸਤ ਤਾਕਤਾਂ ਨੇ ਤਿਆਰ ਕੀਤਾ, ਜਿਸ ਦੇ ਲਈ ਕਿ ਮੈਂ ਮੰਨਦਾ ਕਿ ਮਹਾਤਮਾ ਗਾਂਧੀ ਦਾ ਜਿਹੜਾ ਕਤਲ ਹੈ ਉਹ ਹਿੰਦੁਸਤਾਨ ਦੇ ਵਿੱਚ ਫਿਰਕਾ ਪ੍ਰਸਤੀ ਦੇ ਵਧਣ ਅਤੇ ਹਿੰਦੁਸਤਾਨ ਦੀ ਜਿਹੜੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਿਹੜੀ ਵੰਡ ਹੋਈ ਉਹਦੇ ਨਾਲ ਇਹਦਾ ਡਾਇਰੈਕਟ ਲਿੰਕ ਹੈ ਜੀ। ਤੇ ਇਹ ਐਜ਼ ਅ ਕੰਸੀਕੁਐਂਸਿਸ, ਐਜ਼ ਅ ਰਿਜ਼ਲਟ ਆਫ ਜਿਹੜਾ ਫਿਰਕਾ ਪ੍ਰਸਤੀ ਦਾ ਜ਼ਹਿਰ ਸਮਾਜ ਦੇ ਵਿੱਚ ਫੈਲਿਆ ਜੀ, ਉਸ ਦਾ ਇਹ ਜਿਹੜਾ ਇੱਕ ਤਾਂ ਜਿਹੜੀ ਕਤਲੋ-ਗਾਰਤ ਪਾਰਟੀਸ਼ਨ ਤੋਂ ਬਾਅਦ ਹੋਈ, ਉਹ ਸਾਨੂੰ ਬਹੁਤ ਹੀ ਮੰਦਭਾਗਾ ਹਿਊਮਨ ਹਿਸਟਰੀ ਦੇ ਵਿੱਚ ਜਿਹੜਾ ਉਹ ਚੈਪਟਰ ਦਿਸਿਆ ਜੀ। ਤੇ ਦੂਸਰਾ ਉਸੇ ਦੇ ਨਾਲ ਕਨੈਕਟਡ ਜੋ ਸੀ ਉਹ ਮਹਾਤਮਾ ਗਾਂਧੀ ਦਾ ਜਿਹੜਾ ਕਤਲ ਸੀ ਭੰਮ ਸਾਹਿਬ, ਜੋ ਫਿਰਕਾ ਪ੍ਰਸਤੀ ਦੇ ਨਤੀਜੇ ਦੇ ਤੌਰ ਤੇ ਜਿਹੜਾ ਹੋਇਆ ਸਾਹਮਣੇ ਆਇਆ। ਸੋ ਇਸ ਦੇ ਬਾਰੇ ਭੰਮ ਸਾਹਿਬ ਵੱਖ-ਵੱਖ ਦੇਖੋ ਜਿਹੜੇ ਨਜ਼ਰੀਆ ਲੋਕਾਂ ਨੇ ਆਪੋ ਆਪਣਾ ਦਿੱਤਾ ਹੈ। ਅੱਜ ਮੈਂ ਜਿਸ ਕਿਤਾਬ ਦਾ ਮੈਂਸ਼ਨ ਕਰਨ ਜਾ ਰਿਹਾ ਉਹ ਕਿਤਾਬ ਹੈ ਇੰਡੀਆ ਵਿਨਸ ਫਰੀडम
ਜੀ। ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਕਿਤਾਬ ਦੇ ਲਿਖਾਰੀ ਹੈ, ਉਹਨਾਂ ਨੇ ਕਿਤਾਬ ਲਿਖੀ ਹੈ। ਸੋ ਜਿਹੜੇ ਇਸ ਕਿਤਾਬ ਦੇ ਵਿੱਚ ਦਾਅਵੇ ਕੀਤੇ ਗਏ ਹੈ ਉਹ ਮੇਰੇ ਦਾਅਵੇ ਨਹੀਂ, ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਦਾਅਵੇ ਹੈ ਜੀ, ਜੋ ਕਿ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਸੀ ਜੀ ਤੇ ਸਨ 1939 ਤੋਂ ਲੈ ਕੇ 1946 ਤੱਕ ਜੀ ਉਹ ਕਾਂਗਰਸ ਪ੍ਰੈਜ਼ੀਡੈਂਟ ਵੀ ਰਹੇ ਜੀ। ਸੋ ਇਹ ਕਿਤਾਬ ਹੈ ਜਿਹੜੀ ਭੰਮ ਸਾਹਿਬ ਇਹ ਉਹਨਾਂ ਨੇ ਆਪਣੇ ਪੀਏ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਇਹ ਮੇਰੀ ਮੌਤ ਤੋਂ ਬਾਅਦ ਹੀ ਇਹ ਜਿਹੜੀ ਪ੍ਰਕਾਸ਼ਿਤ ਕੀਤੀ ਜਾਵੇ ਜੀ। ਫਿਰ ਵੀ ਇਹਦੇ ਵਿੱਚੋਂ ਕਹਿ ਲਓ ਸਰਕਾਰ ਦੇ ਨਿਰਦੇਸ਼ ਦੇ ਉੱਤੇ ਕਾਫੀ ਸਾਰਾ ਜਿਹੜਾ ਇਹਦਾ ਹਿੱਸਾ ਸੀ ਕਿਤਾਬ ਦਾ ਉਹਦੇ ਵਿੱਚੋਂ ਹਟਾ ਦਿੱਤਾ ਗਿਆ ਸੀ ਤੇ 1980 ਤੋਂ ਬਾਅਦ ਹੀ ਇਹ ਫਿਰ ਜਿਹੜਾ ਉਹ ਬਾਕੀ ਹਿੱਸਾ ਹੈ ਉਹ ਸਾਹਮਣੇ ਆਇਆ ਜੀ। ਸੋ ਇਸ ਕਿਤਾਬ ਦੇ ਵਿੱਚ ਮੌਲਾਨਾ ਆਜ਼ਾਦ ਉਸ ਤੇ ਸਾਰਾ ਜਿਹੜਾ ਵਰਤਾਰਾ ਹੈ ਮਹਾਤਮਾ ਗਾਂਧੀ ਦੇ ਕਤਲ ਦਾ ਉਸ ਦੇ ਉੱਤੇ ਚਾਨਣ ਪਾਉਂਦੇ ਆ ਤੇ ਉਹ ਉਸ ਦਾ ਜਿਹੜਾ ਵਰਣਨ ਹੈ ਉਹ ਅੱਜ ਮੈਂ ਕਰੂੰਗਾ ਜੀ। ਭੰਮ ਸਾਹਿਬ ਜਦੋਂ ਦੇਸ਼ ਦੀ ਵੰਡ ਹੋ ਜਾਂਦੀ ਹੈ ਤਾਂ ਮਹਾਤਮਾ ਗਾਂਧੀ ਹੈ ਜਿਹੜੇ ਉਹ ਉਸ ਸਮੇਂ ਦਿੱਲੀ ਦੇ ਵਿੱਚ ਰਹਿ ਰਹੇ ਸੀ ਬਿਰਲਾ ਹਾਊਸ ਦੇ ਵਿੱਚ ਜੀ। ਬਿਰਲਾ ਹਾਊਸ ਦੇ ਵਿੱਚ ਉਹਨਾਂ ਦਾ ਰਹਿਣਾ ਸੀ ਤੇ ਉੱਥੇ ਉਹ ਪ੍ਰੇਅਰ ਮੀਟਿੰਗਸ ਆਪਣੀਆਂ ਕਰਿਆ ਕਰਦੇ ਸੀ ਤੇ ਉਹਨਾਂ ਦੇ ਜਿਹੜੇ ਫਾਲੋਅਰਸ ਹੈ ਗਾਂਧੀ ਜੀ ਦੇ ਉਹਨਾਂ ਨੂੰ ਉੱਥੇ ਮਿਲਦੇ ਸੀ ਤੇ ਸਾਰੇ ਲੀਡਰ ਵੱਡੇ ਵੱਡੇ ਦੇਸ਼ਾਂ ਵਿਦੇਸ਼ਾਂ ਦੇ ਉਹ ਵੀ ਬਿਰਲਾ ਹਾਊਸ ਜਾਂਦੇ ਸੀ ਜੀ। ਸਰਦਾਰ ਪਟੇਲ ਉਸ ਟਾਈਮ ਸਰਦਾਰ ਵੱਲਭ ਭਾਈ ਪਟੇਲ ਦੇਸ਼ ਦੇ ਗ੍ਰਹਿ ਮੰਤਰੀ ਸੀ ਤੇ ਜਿਹੜੀ ਦਿੱਲੀ ਪੁਲਿਸ ਹੈ ਉਹ ਵੀ ਉਹਨਾਂ ਦੇ ਡਾਇਰੈਕਟ ਕੰਟਰੋਲ ਦੇ ਵਿੱਚ ਜਿਹੜੀ ਗ੍ਰਹਿ ਮੰਤਰੀ ਦੇ ਕੰਟਰੋਲ ਦੇ ਵਿੱਚ ਹੁੰਦੀ ਹੈ ਜੀ। ਸੋ ਭੰਮ ਸਾਹਿਬ ਦੇਖੋ ਜਿਵੇਂ 15 ਅਗਸਤ ਨੂੰ ਆਜ਼ਾਦੀ ਮਿਲਦੀ ਹੈ 47 ਦੇ ਵਿੱਚ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੀ ਮੁਸਲਿਮ ਆਬਾਦੀ ਹੈ ਉਸ ਦੇ ਖਿਲਾਫ ਜਿਹੜਾ ਇੱਕ ਕਤਲੋ ਗਾਰਤ ਹੈ ਉਹ ਦਿੱਲੀ ਦੇ ਵਿੱਚ ਮੁਸਲਸਲ ਜਨਵਰੀ ਆਉਣ ਤੱਕ ਉਥੋਂ ਪਹਿਲਾਂ ਇਹ ਸਾਰੇ 6 ਮਹੀਨੇ ਦੇ ਵਿੱਚ ਉਹ ਲਗਾਤਾਰ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਾ ਹੈ ਉਹ ਚੱਲ ਰਹੀ ਹੁੰਦੀ ਹੈ ਕਮਿਊਨਲ ਵਾਇਲੈਂਸ ਜੀ, ਜਿਸ ਦੀ ਕੀ ਸ਼ਿਕਾਇਤ ਜਾ ਕੇ ਜਵਾਹਰ ਲਾਲ ਨਹਿਰੂ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਾ ਕੇ ਮਹਾਤਮਾ ਗਾਂਧੀ ਕੋਲ ਸ਼ਿਕਾਇਤ ਕਰਦੇ ਹੈ ਤੇ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਦਾ ਇਸ ਹਿੰਸਾ ਦੇ ਪ੍ਰਤੀ ਵਤੀਰਾ ਹੈ ਉਸ ਦੀ ਵੀ ਸ਼ਿਕਾਇਤ ਕਰਦੇ ਹੈ। ਉਹ ਮਹਾਤਮਾ ਗਾਂਧੀ ਨੂੰ ਇਹ ਗੱਲ ਕਹਿੰਦੇ ਹੈ ਕਿ ਜਿਹੜੀ ਇਹ ਹਿੰਸਾ ਹੈ ਇਹਨੂੰ ਰੋਕਣ ਲਈ ਜਿਹੜੇ ਗ੍ਰਹਿ ਮੰਤਰੀ ਹੈ ਉਹ ਜਿਹੜੇ ਐਕਸ਼ਨ ਨਹੀਂ ਲੈ ਰਹੇ ਜਿਸ ਤਰ੍ਹਾਂ ਉਹਨਾਂ ਨੂੰ ਲੈਣਾ ਚਾਹੀਦਾ ਤੇ ਜਿਸ ਦੇ ਜਵਾਬ ਦੇ ਵਿੱਚ ਫਿਰ ਮਹਾਤਮਾ ਗਾਂਧੀ ਕਿਉਂਕਿ ਜਿਹੜੇ ਸਰਦਾਰ ਪਟੇਲ ਸੀ ਜੀ ਉਹਨਾਂ ਦਾ ਜਿਹੜਾ ਸਿਆਸੀ ਕੱਦ ਬਣਾਉਣ ਦੇ ਵਿੱਚ ਮਹਾਤਮਾ ਗਾਂਧੀ ਦਾ ਹੀ ਹੱਥ ਸੀਗਾ ਕਿਉਂਕਿ ਉਹਨਾਂ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਗਰਾਊਂਡ ਲੈਵਲ ਦੀ ਰਾਜਨੀਤੀ ਤੋਂ ਲੈ ਕੇ ਇੱਕ ਨੈਸ਼ਨਲ ਲੀਡਰ ਬਣਾਉਣਾ ਉਹ ਮਹਾਤਮਾ ਗਾਂਧੀ ਦਾ ਹੀ ਉਹਦੇ ਵਿੱਚ ਹੱਥ ਸੀਗਾ ਉਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ। ਸੋ ਸਰਦਾਰ ਪਟੇਲ ਗਾਂਧੀ ਜੀ ਨੂੰ ਮਿਲ ਕੇ ਕਹਿੰਦੇ ਆ ਤੇ ਉਹ ਇਹ ਸਫਾਈ ਆਪਣੀ ਦਿੰਦੇ ਆ ਕਿ ਜਿਹੜੀਆਂ ਰਿਪੋਰਟਸ ਮਹਾਤਮਾ ਗਾਂਧੀ ਜੀ ਨੂੰ ਮਿਲ ਰਹੀਆਂ ਨੇ ਉਹ ਸਹੀ ਨਹੀਂ ਹੈਗੀਆਂ, ਐਕਸੈਜਰੇਟਿਡ ਨੇ, ਜਾਣੀ ਕਿ ਵਧਾ ਚੜਾ ਕੇ ਉਹਦੇ ਬਾਰੇ ਦੱਸਿਆ ਗਿਆ ਹੈ, ਅਸਲ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਰਿਹਾ। ਤੇ ਦੂਸਰਾ ਫਿਰ ਹੁਣ ਭੰਮ ਸਾਹਿਬ ਜਿਹੜਾ ਮੌਲਾਨਾ ਆਜ਼ਾਦ ਆਪਣੀ ਇਸ ਕਿਤਾਬ ਦੇ ਵਿੱਚ ਪਟੇਲ ਦੇ ਉੱਤੇ ਇਹ ਵੀ ਇਲਜ਼ਾਮ ਲਾਉਂਦੇ ਆ ਕਿ ਉਹਨਾਂ ਨੇ ਜਿਹੜੀਆਂ ਝੂਠੀਆਂ ਕਹਾਣੀਆਂ ਉਹਨਾਂ ਦੀ ਪੁਲਿਸ ਨੇ ਫਲੋਟ ਕੀਤੀਆਂ, ਕੁਝ ਮੁਸਲਮਾਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਵਿੱਚ ਉਹਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਕਿ ਜਿਹੜੇ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਜਿਹੜੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੈ ਉਹ ਰਿਐਕਸ਼ਨ ਦੇ ਤੌਰ ਤੇ ਹੋ ਰਹੀ ਹੈ ਜੀ। ਤੇ ਉਹਨਾਂ ਦੇ ਕੋਲੋਂ ਹਥਿਆਰ ਬਰਾਮਦ ਕਰਕੇ ਉਹਨਾਂ ਦੀ ਇੰਸਪੈਕਸ਼ਨ ਖੁਦ ਅਬੁਲ ਕਲਾਮ ਆਜ਼ਾਦ ਤੋਂ ਤੇ ਜਵਾਹਰ ਲਾਲ ਨਹਿਰੂ ਤੋਂ ਕਰਵਾਈ ਗਈ ਤਾਂ ਕਿ ਉਹ ਚੁੱਪ ਕਰ ਜਾਣ। ਪਰ ਜਿਹੜੀ ਦਿਨੋਂ ਦਿਨ ਚੱਲ ਰਹੀ ਹਿੰਸਾ ਹੈ ਭੰਮ ਸਾਹਿਬ ਹੁਣ ਦੇਖੋ ਉਹਦੀ ਗਾਂਧੀ ਜੀ ਦਿੱਲੀ ਦੇ ਵਿੱਚ ਬੈਠੇ ਸੀ ਉਹਦੀ ਰਿਪੋਰਟ ਉਹਨਾਂ ਨੂੰ ਵੀ ਰੋਜ਼ ਮਿਲ ਰਹੀ ਸੀ। ਬਿਲਕੁਲ ਉਹਦੇ ਕਰਕੇ ਮਹਾਤਮਾ ਗਾਂਧੀ ਬਹੁਤ ਦੁਖੀ ਮਹਿਸੂਸ ਕਰ ਰਹੇ ਸੀ ਜੀ ਕਿਉਂਕਿ ਉਹ ਇੱਕ ਤਾਂ ਹਿੰਸਾ ਦੇ ਪੁਜਾਰੀ ਸੀ, ਦੂਸਰਾ ਜਿਹੜਾ ਹਿੰਦੂ ਮੁਸਲਮਾਨ ਭਾਈਚਾਰਾ ਹੈ ਉਹ 1920 ਤੋਂ ਲੈ ਕੇ ਉਸ ਦੇ ਉੱਤੇ ਕੰਮ ਕਰ ਰਹੇ ਸੀ ਜੀ। ਹਿੰਦੂਆਂ ਤੇ ਮੁਸਲਮਾਨਾਂ ਨੂੰ ਜਦ ਖਿਲਾਫਤ ਦੇ ਸਵਾਲ ਦੇ ਉੱਤੇ ਉਹਨਾਂ ਨੇ ਇਕੱਠਾ ਕਰਕੇ ਤੋਰਿਆ ਉਹਦਾ ਜਿਹੜਾ ਸ਼੍ਰੇਅ ਹੈ ਉਹ ਵੀ ਮਹਾਤਮਾ ਗਾਂਧੀ ਨੂੰ ਜਾਂਦਾ ਹੈ। ਸੋ ਜਦ ਉਹਨਾਂ ਦੀਆਂ ਸਾਰੀਆਂ ਅਪੀਲਾਂ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਜਿਹੜੀਆਂ ਉਹਨਾਂ ਨੂੰ ਲੱਗਿਆ ਵੀ ਹੁਣ ਮੇਰੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਤਾਂ ਮਹਾਤਮਾ ਗਾਂਧੀ ਨੇ ਫਿਰ ਆਪਣਾ ਜਿਹੜਾ ਆਖਰੀ ਹਥਿਆਰ ਹੈ ਤੇ ਜਿਹੜਾ ਸਭ ਤੋਂ ਮਜ਼ਬੂਤ ਹਥਿਆਰ ਹੈ ਜਿਸ ਦੇ ਅੱਗੇ ਅੰਗਰੇਜ਼ ਹਕੂਮਤ ਨੂੰ ਵੀ ਝੁਕਣਾ ਪੈਂਦਾ ਸੀ ਉਸ ਹਥਿਆਰ ਨੂੰ ਵਰਤਣ ਦਾ ਜਿਹੜਾ ਆਪਣਾ ਨਿਸ਼ਚਾ ਕੀਤਾ ਤੇ ਫਿਰ ਉਹ 12 ਜਨਵਰੀ 1948 ਨੂੰ
ਗਾਂਧੀ ਜੀ ਨੇ ਜਿਹੜਾ ਹੈ ਉਹ ਮਰਨ ਵਰਤ ਰੱਖ ਲਿਆ, ਫਾਸਟ ਸ਼ੁਰੂ ਕਰਤਾ ਕਮਿਊਨਲ ਵਾਇਲੈਂਸ ਦੇ ਖਿਲਾਫ ਜੀ। ਸੋ ਹੁਣ ਅਬੁਲ ਕਲਾਮ ਆਜ਼ਾਦ ਇਸ ਕਿਤਾਬ ਦੇ ਵਿੱਚ ਲਿਖਦੇ ਹੈ ਕਿ ਇੱਕ ਤਰੀਕੇ ਦੇ ਨਾਲ ਜਿਹੜਾ ਇਹ ਵਰਤ ਸੀ, ਇਹ ਅਨਸ਼ਨ ਸੀ, ਇਹ ਮਰਨ ਵਰਤ ਸੀ, ਉਹ ਮਹਾਤਮਾ ਗਾਂਧੀ ਨੇ ਵੱਲਭ ਭਾਈ ਪਟੇਲ ਦਾ ਜੋ ਵਤੀਰਾ ਸੀ ਉਸ ਦੇ ਖਿਲਾਫ ਹੀ ਰੱਖਿਆ ਸੀ। ਤੇ ਪਟੇਲ ਵੀ ਇਹ ਗੱਲ ਸਮਝਦੇ ਸੀ ਕਿ ਇਹ ਮਰਨ ਵਰਤ ਹੋਰ ਕਿਸੇ ਦੇ ਖਿਲਾਫ ਨਹੀਂ, ਇਹ ਮੇਰੇ ਖਿਲਾਫ ਹੈ। ਇਹ ਕਿਤਾਬ ਦੇ ਵਿੱਚ ਦਾਅਵਾ ਕੀਤਾ ਗਿਆ ਜੀ। ਸੋ ਭੰਮ ਸਾਹਿਬ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਸੀ, ਕਿਉਂਕਿ ਮਹਾਤਮਾ ਗਾਂਧੀ ਜੀ ਦੀ ਉਦੋਂ 78 ਸਾਲ ਦੀ ਉਮਰ ਹੋ ਚੁੱਕੀ ਸੀ ਤੇ ਉਹਨਾਂ ਦੀ ਕਿਡਨੀਆਂ ਦੇ ਵਿੱਚ ਵੀ ਪ੍ਰੋਬਲਮ ਸੀ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਇਹ ਹੁਣ ਕਿਹਾ ਸੀ ਕਿ ਤੁਸੀਂ ਇਹ ਮਰਨ ਵਰਤ ਨਾ ਰੱਖੋ ਕਿਉਂਕਿ ਤੁਹਾਡੀ ਸਿਹਤ ਦੇ ਉੱਤੇ ਬਹੁਤ ਇਹਦਾ ਮਾੜਾ ਅਸਰ ਪਊਗਾ। ਬਿਲਕੁਲ। ਸੋ ਸਾਰੇ ਲੀਡਰਾਂ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੋ ਜੋ 12 ਜਨਵਰੀ ਵਾਲੇ ਦਿਨ ਹੀ ਲਗਭਗ ਮਹਾਤਮਾ ਗਾਂਧੀ ਜੀ ਦੇ ਕਤਲ ਤੋਂ 18 ਦਿਨ ਪਹਿਲਾਂ ਕਹਿ ਲਓ, ਨਹਿਰੂ, ਪਟੇਲ ਅਤੇ ਮੌਲਾਨਾ ਆਜ਼ਾਦ ਉਹਨਾਂ ਕੋਲੇ ਆ ਕੇ ਬੈਠਦੇ ਆ ਤੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਹ ਵਰਤ ਨਾ ਰੱਖਣ। ਸੋ ਪਟੇਲ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਜਿਹੜੇ ਗਾਂਧੀ ਜੀ ਹੈ ਇਹ ਵਰਤ ਬਿਨਾਂ ਕਿਸੇ ਕਾਰਨ ਤੋਂ ਰੱਖ ਰਹੇ ਆ ਤੇ ਪਰ ਗਾਂਧੀ ਜੀ ਜਵਾਬ ਦੇ ਵਿੱਚ ਕਹਿੰਦੇ ਆ ਕਿ ਦੇਖੋ ਵੱਲਭ ਭਾਈ, ਮੇਰੇ ਕੰਨ ਤੇ ਮੇਰੇ ਅੱਖਾਂ ਜਿਹੜੀਆਂ ਨੇ ਮੈਨੂੰ ਕਿਸੇ ਤੋਂ ਸੁਣਨ ਦੀ ਲੋੜ ਨਹੀਂ, ਮੈਨੂੰ ਖੁਦ ਆਪਣੀਆਂ ਅੱਖਾਂ ਦੇ ਸਾਹਮਣੇ ਦਿਖ ਰਿਹਾ ਕਿ ਘੱਟ ਗਿਣਤੀਆਂ ਦੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਦਿੱਲੀ ਦੇ ਵਿੱਚ ਨਿਰੰਤਰ ਜਾਰੀ ਹੈ। ਸੋ ਉਸ ਦੇ ਖਿਲਾਫ ਮੈਂ ਇਹ ਵਰਤ ਰੱਖ ਰਿਹਾ ਜਿਹੜਾ ਸਮਾਜ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਜ਼ਹਿਰ ਫੈਲਦਾ ਜਾ ਰਿਹਾ। ਸੋ ਇਹ ਗੱਲਬਾਤ ਹੁੰਦੀ ਹੈ ਤੇ ਉਹ ਬੰਬੇ ਉਹਨਾਂ ਨੇ ਜਾਣਾ ਹੁੰਦਾ ਹੈ, ਸਰਦਾਰ ਪਟੇਲ ਨੇ ਬੰਬੇ ਜਾਣ ਲਈ ਉੱਥੋਂ ਉੱਠਦੇ ਨੇ ਬਿਰਲਾ ਹਾਊਸ ਦੇ ਵਿੱਚੋਂ ਤੇ ਮੌਲਾਨਾ ਆਜ਼ਾਦ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਇਹ ਕਨਵਿੰਸ ਕਰਨ ਲਈ ਉੱਠਿਆ ਕਿ ਗਾਂਧੀ ਜੀ ਵਰਤ ਰੱਖ ਰਹੇ ਹੈ, ਸਿਚੁਏਸ਼ਨ ਦਿੱਲੀ ਦੇ ਵਿੱਚ ਕੁਝ ਵੀ ਬਣ ਸਕਦੀ ਹੈ, ਵੀ ਤੁਸੀਂ ਬੰਬੇ ਨਾ ਜਾਓ। ਪਰ ਉਹ ਜਾਂਦੇ ਹੋਏ ਸਰਦਾਰ ਪਟੇਲ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਇਹ ਗੱਲ ਕਹੀ ਕਿ ਜੇ ਗਾਂਧੀ ਜੀ ਹੁਣ ਹਿੰਦੂਆਂ ਦਾ ਨਾਮ ਦੁਨੀਆ ਦੇ ਵਿੱਚ ਕਾਲਾ ਕਰਨ ਦੇ ਵਾਸਤੇ ਇਹ ਵਰਤ ਰੱਖ ਰਹੇ ਹੈ ਤਾਂ ਉਹ ਰੱਖਣ, ਫਿਰ ਮੈਂ ਕੁਝ ਨਹੀਂ ਕਰ ਸਕਦਾ। ਯਾਨੀ ਬੜੇ ਇੱਕ ਤਲਖ ਸ਼ਬਦ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਆ, ਜਿਸ ਦਾ ਵਰਣਨ ਹੁਣ ਮੈਂ, ਕਿਉਂਕਿ ਭੰਮ ਸਾਹਿਬ ਜਿਹੜਾ ਵੇਰਵਾ ਦੇਣਾ ਉਹ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਕਿਉਂਕਿ ਜਿਸ ਤਰ੍ਹਾਂ ਅਸੀਂ ਕਿਹਾ ਕਿ ਇਹ ਸ਼ਬਦ ਸਾਡੇ ਨਹੀਂ, ਇਹ ਦਾਅਵੇ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨੇ। ਸੋ ਇਸ ਕਿਤਾਬ ਇੰਡੀਆ ਵਿਨਸ ਫਰੀडम ਕਿਤਾਬ ਦੇ ਪੰਨੇ 236 ਦੇ ਉੱਤੇ ਇਹ ਜਿਹੜਾ ਗੱਲ ਹੈ, ਇਹ ਵਾਕਿਆ ਇਹ ਮੈਂਸ਼ਨਡ ਹੈ, ਜਿੱਥੇ ਉਹ ਇਹ ਗੱਲ ਕਹਿੰਦੇ ਆ, ਹੀ ਸੀਮਸ ਡਿਟਰਮਿਨਡ ਟੂ ਬਲੈਕਨ ਦ ਨੇਮਸ ਆਫ ਦ ਹਿੰਦੂਜ਼ ਬਿਫੋਰ ਦ ਹੋਲ ਵਰਲਡ। If this is his attitude, I have no use for him. I cannot change any program and I must go to Bombay. ਇਹ ਸ਼ਬਦ ਕਹਿ ਕੇ ਉਹ ਫਿਰ ਬੰਬੇ ਨੂੰ ਰਵਾਨਾ ਹੋ ਜਾਂਦੇ ਆ ਸਰਦਾਰ ਪਟੇਲ ਜੀ। ਸੋ ਭੰਮ ਸਾਹਿਬ ਪਰ ਮਹਾਤਮਾ ਗਾਂਧੀ ਹੈ ਜਿਹੜਾ ਉਹ ਆਪਣੇ ਨਿਸ਼ਚੇ ਤੇ ਅਟਲ ਰਹਿੰਦੇ ਆ, ਉਹ ਵਰਤ ਰੱਖ ਲੈਂਦੇ ਆ। ਉਹ ਜਦ ਉਹ ਵਰਤ ਰੱਖਦੇ ਆ ਤਾਂ ਉਹਨਾਂ ਦੇ ਵਰਤ ਰੱਖਣ ਦਾ ਜਦ ਪ੍ਰਚਾਰ ਹੁੰਦਾ ਹੈ, ਕਿਉਂਕਿ ਗਾਂਧੀ ਜੀ ਨੂੰ ਲੋਕ ਬਹੁਤ ਮੰਨਦੇ ਸੀ, ਸਾਰੀ ਦੁਨੀਆ ਬਹੁਤ ਮੰਨਦੀ ਸੀ। ਹਾਲਾਂਕਿ ਇੱਕ ਫਿਰਕਾ ਪ੍ਰਸਤ, ਚਾਹੇ ਉਹ ਹਿੰਦੂ ਹੈ ਚਾਹੇ ਉਹ ਫਿਰਕਾ ਪ੍ਰਸਤ ਮੁਸਲਮਾਨ ਹੈ, ਉਹਨਾਂ ਦੇ ਗਰੁੱਪ ਗਾਂਧੀ ਜੀ ਦੇ ਖਿਲਾਫ ਵੀ ਸੀ, ਕਿਉਂਕਿ ਉਹ ਮੁਸਲਮਾਨ ਧਰਮ ਤੇ ਹਿੰਦੂਆਂ ਨੂੰ ਇਕੱਠੇ ਜੋੜਨ ਵਾਲੀ ਇੱਕ ਕੜੀ ਸੀ। ਉਹ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਇੱਕ ਪੁਲ ਸੀ ਤੇ ਉਹ ਜਿਹੜੇ ਫਿਰਕਾ ਪ੍ਰਸਤ ਸੀ ਉਹ ਚਾਹੁੰਦੇ ਸੀ ਕਿ ਇਹ ਪੁਲ ਖਤਮ ਹੋ ਜਾਏ ਜੀ। ਹੁਣ ਸਤੰਬਰ 1947 ਦੇ ਵਿੱਚ RSS ਨੇ ਤੇ ਹਿੰਦੂ ਮਹਾਸਭਾ ਨੇ ਮਹਾਤਮਾ ਗਾਂਧੀ ਦਾ ਵਿਰੋਧ ਕੀਤਾ। ਮਹਾਤਮਾ ਗਾਂਧੀ ਮੁਰਦਾਬਾਦ ਦੇ ਨਾਅਰੇ ਲਵਾਏ ਇਸ ਲਈ ਕਿਉਂਕਿ ਉਹ ਆਪਣੀਆਂ ਪ੍ਰੇਅਰ ਮੀਟਿੰਗਸ ਦੇ ਵਿੱਚ, ਆਪਣੀ ਪ੍ਰਾਰਥਨਾ ਸਭਾ ਦੇ ਵਿੱਚ ਕੁਰਾਨ ਅਤੇ ਬਾਈਬਲ ਦੇ ਵਿੱਚੋਂ ਵੀ ਸ਼ਬਦ ਪੜ੍ਹਿਆ ਕਰਦੇ ਸੀ ਹਿੰਦੂ ਧਰਮ ਗ੍ਰੰਥਾਂ ਦੇ ਨਾਲ ਨਾਲ। ਸੋ ਇਸ ਚੀਜ਼ ਦਾ ਵਿਰੋਧ ਉਹਨਾਂ ਨੇ ਕੀਤਾ ਤੇ ਉਹਨਾਂ ਦੀਆਂ ਪ੍ਰੇਅਰ ਮੀਟਿੰਗਸ ਦਾ ਹਿੰਦੂਆਂ ਨੂੰ ਉਹਨਾਂ ਦਾ ਵਿਰੋਧ ਕਰਨ ਦਾ ਕੀਤਾ। ਉਹਨਾਂ ਦੇ ਖਿਲਾਫ ਪੈਂਫਲੇਟ ਛਾਪੇ ਗਏ ਤੇ ਜਿਸ ਦੇ ਵਿੱਚ ਮਹਾਤਮਾ ਗਾਂਧੀ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਸੋ ਭੰਮ ਸਾਹਿਬ ਮਹਾਤਮਾ ਗਾਂਧੀ ਇੱਕ ਵਰਤ ਰੱਖ ਲੈਂਦੇ ਹੈ ਤੇ ਉਸ ਜਿਹੜਾ ਵਰਤ ਹੈ ਉਸ ਦਾ ਅਸਰ ਸਾਰੀ ਦਿੱਲੀ ਦੇ ਉੱਤੇ, ਸਾਰੀ ਖਲਕਤ ਦੇ ਉੱਤੇ ਦਿਖਣਾ ਸ਼ੁਰੂ ਹੋ ਜਾਂਦਾ ਹੈ। ਲੋਕ ਆ ਕੇ ਸਮਾਜ ਦੇ ਵਿੱਚੋਂ ਵੱਖ-ਵੱਖ ਗਰੁੱਪ ਆ ਕੇ ਗਾਂਧੀ ਜੀ ਨੂੰ ਉਹਨਾਂ ਨੂੰ ਮਨਾਉਣ ਲੱਗ ਜਾਂਦੇ ਆ ਵੀ ਤੁਸੀਂ ਵਰਤ ਛੱਡ ਦਿਓ, ਵੀ ਜੋ ਤੁਸੀਂ ਕਹੋਗੇ ਅਸੀਂ ਮੰਨ ਲਵਾਂਗੇ, ਅਸੀਂ ਜਿਹੜਾ ਹੈ
ਉਹ ਹਿੰਸਾ ਜਿਹੜੀ ਹੈ ਉਹ ਬੰਦ ਕਰਵਾ ਦਾਂਗੇ। ਸੋ ਇਸ ਤਰ੍ਹਾਂ ਜਿਹੜਾ ਕਮਿਊਨਲ ਮਾਹੌਲ ਬਣਿਆ ਹੁੰਦਾ ਹੈ ਉਸ ਦੇ ਵਿੱਚ ਗਾਂਧੀ ਜੀ ਇੱਕ ਮੋੜਾ ਪਾ ਦਿੰਦੇ ਆ ਉਹ ਸਾਰੇ ਫਿਰਕਾ ਪ੍ਰਸਤ ਮਾਹੌਲ ਨੂੰ। ਲਵਨੀਤ ਜੀ, ਤੁਸੀਂ ਦੱਸ ਰਹੇ ਸੀ ਕਿ ਜਿਹੜੀਆਂ ਵੱਖ-ਵੱਖ ਧਿਰਾਂ ਜਿਹੜੀਆਂ ਜੀ ਉਹ ਆ ਕੇ ਮਹਾਤਮਾ ਗਾਂਧੀ ਨੂੰ ਮਿਲਦੀਆਂ ਨੇ, ਉਹਦਾ ਕੋਈ ਅਸਰ ਵੀ ਦਿਖਾਈ ਦਿੱਤਾ ਜੀ? ਜੀ ਭੰਮ ਸਾਹਿਬ, ਫਿਰ ਮੌਲਾਨਾ ਆਜ਼ਾਦ ਨੇ ਗਾਂਧੀ ਜੀ ਨੂੰ ਪ੍ਰੇਰਿਤ ਕੀਤਾ, ਗਾਂਧੀ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀਆਂ ਵਰਤ ਤੋੜੋ ਤੇ ਵਰਤ ਤੋੜਨ ਦੀਆਂ ਸ਼ਰਤਾਂ ਪਬਲਿਕ ਦੇ ਅੱਗੇ ਰੱਖੋ। ਸੋ ਗਾਂਧੀ ਜੀ ਨੇ ਇਹ ਸ਼ਰਤਾਂ ਰੱਖੀਆਂ ਜਨਤਾ ਦੇ ਅੱਗੇ ਕਿ ਹਿੰਦੂਜ਼ ਐਂਡ ਸਿੱਖਸ ਮਸਟ ਫੋਰਥਵਿਦ ਸਟਾਪ ਆਲ ਅਟੈਕਸ ਅਗੇਂਸਟ ਮੁਸਲਿਮਸ ਐਂਡ ਮਸਟ ਰੀਅਸ਼ੋਰ ਮੁਸਲਿਮਸ ਦੈਟ ਦੇ ਵੁੱਡ ਲਿਵ ਟੁਗੈਦਰ ਐਜ਼ ਬ੍ਰਦਰਸ। ਉਹਨਾਂ ਨੇ ਪਹਿਲੀ ਸ਼ਰਤ ਇਹ ਰੱਖੀ ਜਿਹੜੇ ਹਿੰਦੂ ਤੇ ਸਿੱਖ ਹੈ ਉਹ ਮੁਸਲਮਾਨਾਂ ਦੇ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਕਰਨਗੇ ਤੇ ਮੁਸਲਮਾਨਾਂ ਨੂੰ ਇਹ ਭਰੋਸਾ ਦੇਣਗੇ ਕਿ ਉਹ ਇਕੱਠੇ ਭਰਾਵਾਂ ਦੀ ਤਰ੍ਹਾਂ ਰਹਿਣਗੇ। ਸੋ ਦੂਸਰੀ ਸ਼ਰਤ ਉਹਨਾਂ ਨੇ ਰੱਖੀ ਕਿ ਹਿੰਦੂਜ਼ ਐਂਡ ਸਿੱਖਸ ਵੁੱਡ ਮੇਕ ਐਵਰੀ ਐਫਰਟ ਟੂ ਇਨਸ਼ੋਰ that not one Muslim should leave India because of insecurity of life or property। ਉਹ ਕਹਿੰਦੇ ਹਿੰਦੂ ਤੇ ਸਿੱਖਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇੱਕ ਵੀ ਮੁਸਲਮਾਨ ਆਪਣੇ ਜਾਨ ਤੇ ਜਾਂ ਮਾਲ ਦੇ ਡਰ ਤੋਂ ਹਿੰਦੁਸਤਾਨ ਨਾ ਛੱਡੇ। ਤੇ ਉਹਨਾਂ ਨੇ ਕਿਹਾ ਹੋਰ ਸ਼ਰਤਾਂ ਰੱਖੀਆਂ ਕਿ ਜੋ ਇੱਕ ਦੋ ਦਰਗਾਹਾਂ ਨੇ ਉਹਨਾਂ ਤੇ ਹਮਲਾ ਕੀਤਾ ਗਿਆ ਸੀਗਾ ਉਹਨਾਂ ਦਰਗਾਹਾਂ ਦੀ ਮੁਰੰਮਤ ਕਰਵਾਈ ਜਾਵੇ ਤੇ ਉਹਨਾਂ ਨੇ ਕਿਹਾ ਕਿ ਆਪਣਾ ਹਿਰਦੇ ਪਰਿਵਰਤਨ ਜਿਹੜਾ ਹੈ ਲੋਕ ਉਹ ਕਰਨ। ਸੋ ਇਸ ਤਰ੍ਹਾਂ ਦੀਆਂ ਭੰਮ ਸਾਹਿਬ 6 ਸ਼ਰਤਾਂ ਮਹਾਤਮਾ ਗਾਂਧੀ ਨੇ ਜਿਹੜੀ ਵੱਖ-ਵੱਖ ਫਿਰਕਿਆਂ ਨੂੰ ਇਕੱਠੇ ਲਿਆਉਣ ਦੀਆਂ ਲੋਕਾਂ ਦੇ ਅੱਗੇ ਰੱਖੀਆਂ ਸੀ। ਸੋ ਇਹ ਸ਼ਰਤਾਂ ਨੇ ਭੰਮ ਸਾਹਿਬ, ਇਹ ਦੇਖੋ ਇਸ ਨੂੰ ਦਿਸ ਇਜ਼ ਆਈਡੀਆ ਆਫ ਇੰਡੀਆ। ਚਾਹੇ ਪਾਕਿਸਤਾਨ ਦੇ ਵਿੱਚ ਜੋ ਵੀ ਹਿੰਦੂਆਂ ਜਾਂ ਸਿੱਖਾਂ ਦੇ ਖਿਲਾਫ ਹੋ ਰਿਹਾ ਸੀ ਪਰ ਮਹਾਤਮਾ ਗਾਂਧੀ ਨੇ ਕਿਹਾ ਕਿ ਜਿਹੜਾ ਹਿੰਦੁਸਤਾਨ ਹੈ ਉਹ ਵੱਖਰਾ ਹੈ, ਜਿਹੜਾ ਆਈਡੀਆ ਆਫ ਇੰਡੀਆ ਵੱਖਰਾ ਇਸ ਲਈ ਹੈ ਕਿਉਂਕਿ ਜਿਹੜੇ ਹਿੰਦੁਸਤਾਨੀ ਹੈ ਉਹ ਕਿਸੇ ਵੀ ਮੁਸਲਮਾਨ ਨੂੰ ਇਹ ਨਹੀਂ ਕਹਿਣਗੇ ਕਿ ਤੂੰ ਸਾਡਾ ਭਰਾ ਨਹੀਂ ਜਾਂ ਤੂੰ ਹਿੰਦੁਸਤਾਨੀ ਨਹੀਂ, ਜਾਂ ਕਿਸੇ ਵੀ ਮੁਸਲਮਾਨ ਦੇ ਘੱਟ ਗਿਣਤੀ ਦੇ ਹਿਰਦੇ ਵਿੱਚ ਡਰ ਜਾਂ ਖੌਫ ਪੈਦਾ ਜਿਹੜੇ ਹਿੰਦੁਸਤਾਨ ਦੇ ਲੋਕ ਹੈ ਉਹ ਨਹੀਂ ਕਰਨਗੇ। ਇਸ ਲਈ ਹਿੰਦੁਸਤਾਨ ਵੱਖਰਾ ਹੈ ਜੀ। ਨਹੀਂ ਤਾਂ ਫਿਰ ਸਾਡੇ ਤੇ ਦੂਸਰੀ ਧਿਰ ਦੇ ਵਿੱਚ ਕੀ ਫਰਕ ਹੈ ਤੁਸੀਂ ਦੱਸੋ? ਜੇ ਕਤਲੋਗਾਰਤ ਆਪਾਂ ਇੱਕ ਧਿਰ ਦੂਜੀ ਤੇ ਇਲਜ਼ਾਮ ਲਾਉਂਦੀ ਹੈ ਵੀ ਉਸਨੇ ਕਤਲੋਗਾਰਤ ਕੀਤੀ ਹੈ ਤੇ ਉਸ ਦੇ ਜਵਾਬ ਦੇ ਵਿੱਚ ਜੇ ਅਸੀਂ ਵੀ ਉਹ ਗੱਲ ਕਰਨੀ ਹੈ ਤਾਂ ਫਿਰ ਸਾਡੇ ਤੇ ਕੀ ਉਹਨਾਂ ਦੇ ਵਿੱਚ ਕੀ ਫਰਕ ਹੈ? ਜਿਸ ਤਰ੍ਹਾਂ ਮਹਾਤਮਾ ਗਾਂਧੀ ਸੀ ਕਹਿੰਦੇ ਸੀ ਕਿ ਆਈ ਫॉर ਐਨ ਆਈ ਵਿਲ ਮੇਕ ਦਾ ਹੋਲ ਵਰਲਡ ਬਲਾਈਂਡ। ਅੱਖ ਦੇ ਬਦਲੇ ਅਸੀਂ ਅੱਖ ਫੋੜਾਂਗੇ ਤਾਂ ਸਾਰੀ ਦੁਨੀਆ ਅੰਨੀ ਹੋ ਜਾਊਗੀ। ਸੋ ਇਸ ਲਈ ਭੰਮ ਸਾਹਿਬ ਜਦੋਂ ਮਰਨ ਵਰਤ ਦੇ ਉੱਤੇ ਬੈਠੇ ਸੀ ਤਾਂ ਇੱਕ ਜਿਹੜੀ ਗਾਂਧੀ ਫਿਲਮ ਆਈ ਆ ਉਹਦੇ ਵਿੱਚ ਬੜਾ ਇੱਕ ਇਮੋਸ਼ਨਲ ਸੀਨ ਉਹਦੇ ਚ ਆਉਂਦਾ ਹੈ। ਇੱਕ ਵਿਅਕਤੀ ਆ ਕੇ ਗਾਂਧੀ ਦੇ ਮੂੰਹ ਤੇ ਰੋਟੀ ਮਾਰਦਾ, ਸੁੱਕੀ ਰੋਟੀ, ਤੇ ਆਖਦਾ ਹੈ ਕਿ ਤੁਸੀਂ ਰੋਟੀ ਖਾਓ, ਮੈਂ ਨਹੀਂ ਚਾਹੁੰਦਾ ਕਿ ਜੇ ਤੁਸੀਂ ਮਰ ਜਾਓ ਤੇ ਤੁਹਾਡਾ ਜਿਹੜਾ ਕਤਲ ਹੈ ਉਹ ਸਾਡੇ ਨਾਲ ਲੱਗੇ, ਸਾਡੇ ਫਿਰਕੇ ਦੇ ਉੱਤੇ। ਉਹ ਕਹਿੰਦਾ ਹੈ ਵੀ ਦੂਸਰੇ ਫਿਰਕੇ ਨੇ ਮੇਰਾ ਬੱਚਾ ਮਾਰਤਾ 5 ਸਾਲ ਦਾ, ਤੁਸੀਂ ਦੱਸੋ ਹੁਣ ਜੇ ਮੈਂ ਦੰਗਾ ਨਾ ਕਰਾਂ ਤਾਂ ਕੀ ਕਰਾਂ? ਮਹਾਤਮਾ ਗਾਂਧੀ ਦਾ ਜਵਾਬ ਸੀ ਕਿ ਤੂੰ ਦੂਸਰੇ ਫਿਰਕੇ ਦਾ 5 ਸਾਲਾਂ ਦਾ ਬੱਚਾ ਅਡਾਪਟ ਕਰ ਜਿਸ ਦੇ ਮਾਂ-ਬਾਪ ਨੂੰ ਤੇਰੇ ਫਿਰਕੇ ਨੇ ਮਾਰਤਾ ਹੋਵੇ, ਉਸ ਨੂੰ ਆਪਦਾ ਬੱਚਾ ਸਮਝ ਕੇ ਪਾਲ। ਇਹ ਭੰਮ ਸਾਹਿਬ ਇਹ ਮਹਾਨਤਾ ਸੀ ਮਹਾਤਮਾ ਗਾਂਧੀ ਦੀ। ਬਿਲਕੁਲ। ਸੋ ਜਿਹੜੀ ਇਹ ਸੋਚ ਹੈ ਇਹ ਬਾਰ-ਬਾਰ ਦੁਨੀਆ ਦੇ ਵਿੱਚ ਨਹੀਂ ਆਉਂਦੀ। ਬਿਲਕੁਲ। ਸੋ ਭੰਮ ਸਾਹਿਬ ਜਦ ਉਹਨਾਂ ਨੇ ਮੰਗਾਂ ਰੱਖੀਆਂ ਪਬਲਿਕ ਦੇ ਅੱਗੇ ਤਾਂ 20,000 ਦੇ ਕਰੀਬ ਲੋਕਾਂ ਨੇ ਉੱਥੇ ਬਿਰਲਾ ਹਾਊਸ ਦੇ ਵਿੱਚ ਇਕੱਠੇ ਹੋ ਕੇ ਮਹਾਤਮਾ ਗਾਂਧੀ ਨੂੰ ਇਹ ਯਕੀਨ ਦਿਵਾਇਆ ਕਿ ਅਸੀਂ ਜਿਹੜਾ ਇਨ ਬਿਨ ਤੁਹਾਡੀਆਂ ਇੱਛਾਵਾਂ ਨੇ ਜਿਹੜੀਆਂ ਉਹ ਲਾਗੂ ਕਰਾਂਗੇ। ਤੇ ਉਸ ਸਮੇਂ ਭੰਮ ਸਾਹਿਬ ਇੱਕ ਬਹੁਤ ਪੰਜਾਬ ਦੀ ਵੱਡੀ ਸ਼ਖਸੀਅਤ ਦਿੱਲੀ ਦੇ ਵਿੱਚ ਡੀਸੀ ਸੀ ਜੀ, ਜਿਸ ਦਾ ਨਾਮ ਸੀ ਡਾਕਟਰ MS ਰੰਧਾਵਾ ਜੀ। MS ਰੰਧਾਵਾ ਉਸ ਵੇਲੇ ਦਿੱਲੀ ਦੇ ਡੀਸੀ ਸੀ ਜੀ। ਤੇ ਉਹਨਾਂ ਨੇ ਹਿੰਦੂਆਂ ਤੇ ਸਿੱਖਾਂ ਦੇ ਲੀਡਰਾਂ ਨੂੰ ਨਾਲ ਲੈ ਕੇ ਉਹ ਖਵਾਜਾ ਕੁਤੁਬਦੀਨ ਦੀ ਦਰਗਾਹ ਤੇ ਚਲੇ ਗਏ ਉਸਦੀ ਮੁਰੰਮਤ ਕਰਾਉਣ ਵਾਸਤੇ। ਰੰਧਾਵਾ ਸਾਹਿਬ ਜੀ, ਜਿਨ੍ਹਾਂ ਨੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਫਿਰ ਬਹੁਤ ਵੱਡਾ ਯੋਗਦਾਨ ਮੁੜ ਕੇ ਪਾਇਆ ਜੀ। ਸੋ ਭੰਮ ਸਾਹਿਬ ਇਹਨਾਂ ਗੱਲਾਂ ਕਰਕੇ ਕਿਉਂਕਿ ਵੱਖ-ਵੱਖ ਜਿਹੜਾ ਫਿਰਕਾ ਪ੍ਰਸਤਾਂ ਦੇ ਰਾਸਤੇ ਦੇ ਵਿੱਚ ਮਹਾਤਮਾ ਗਾਂਧੀ ਸਭ ਤੋਂ ਵੱਡਾ ਰੋੜਾ ਬਣ ਗਏ ਸੀ ਤੇ ਫਿਰ ਫਿਰਕਾ ਪ੍ਰਸਤਾਂ ਦੇ ਇੱਕ ਗਰੋਹ ਨੇ ਜੀ ਜਿਹਦਾ ਸੰਬੰਧ ਹਿੰਦੂ ਮਹਾਸਭਾ ਦੇ ਨਾਲ ਸੀ ਜੀ, ਉਹਨਾਂ ਨੇ ਤਹੀਆ ਕਰ ਲਿਆ ਕਿ ਹੁਣ ਅਸੀਂ ਮਹਾਤਮਾ ਗਾਂਧੀ ਆ ਜਿਹੜੇ ਉਹ ਬਿਆਨ ਜੇਲ੍ਹ ਚੋਂ ਛੁੱਟ ਕੇ ਗੋਡਸੇ ਦੇ ਭਾਈ ਨੇ ਟੀਵੀ ਦੇ ਉੱਤੇ ਬਿਆਨ ਦਿੱਤਾ, ਖੁਦ ਪਬਲਿਕ ਦੇ ਵਿੱਚ ਮੌਜੂਦ ਹੈ ਕਿ ਅਸੀਂ ਇਹ ਫੈਸਲਾ ਕਰ ਲਿਆ ਕਿ ਗਾਂਧੀ ਹੁਣ ਮਰਨ ਵਰਤ ਨਾਲ ਨਹੀਂ ਸਾਡੀ ਗੋਲੀ ਨਾਲ ਮਰੂਗਾ।
ਸੋ ਇਹ ਫੈਸਲਾ ਉਹਨਾਂ ਫਿਰਕਾ ਪ੍ਰਸਤਾਂ ਦੇ ਗਰੋਹਾਂ ਨੇ ਕਰ ਲਿਆ ਜਿਸ ਦਾ ਤਾਲੁਕਾਤ ਹਿੰਦੂ ਮਹਾਸਭਾ ਦੇ ਨਾਲ ਸੀ ਤੇ ਗੋਡਸੇ ਦਾ ਜਿਹੜਾ ਤਾਲੁਕਾਤ ਹੈ ਭੰਮ ਸਾਹਿਬ ਉਹ ਆਰਐਸਐਸ ਦੇ ਨਾਲ ਵੀ ਰਿਹਾ। ਬਾਅਦ ਦੇ ਵਿੱਚ ਇਹ ਗੱਲ ਆਈ ਕਿ ਉਹ ਆਰਐਸਐਸ ਛੱਡ ਚੁੱਕਾ ਸੀ ਜੀ। ਸੋ ਆਰਐਸਐਸ ਦੇ ਖਿਲਾਫ ਡਾਇਰੈਕਟ ਕੋਈ ਜਿਹੜਾ ਸਬੂਤ ਹੈ ਉਸ ਟ੍ਰਾਇਲ ਦੇ ਵਿੱਚ ਨਹੀਂ ਮਿਲਿਆ ਕਿ ਗਾਂਧੀ ਦੇ ਕਤਲ ਦੇ ਵਿੱਚ ਆਰਐਸਐਸ ਦਾ ਕੋਈ ਹੱਥ ਸੀ। ਪਰ ਇਹ ਗੱਲ ਸੱਚੀ ਹੈ ਕਿ ਗੋਡਸੇ ਇੱਕ ਵੇਲੇ ਆਰਐਸਐਸ ਦਾ ਮੈਂਬਰ ਸੀ। ਜਿਹੜੇ ਉਹਨੂੰ ਹੁਣ ਸ਼ਹੀਦ ਕਰਾਰ ਦੇਣਾ, ਵੱਡੇ ਵੱਡੇ ਬੁੱਤ ਲੱਗਣੇ ਸਰਦਾਰ ਪਟੇਲ ਹੁਣਾਂ ਦੇ ਜੀ, ਇਹ ਵੀ ਉਸੇ ਕੜੀ ਦਾ ਹਿੱਸਾ ਹੈ ਜੀ। ਭੰਮ ਸਾਹਿਬ ਦੇਖੋ, ਇਹ ਬੜਾ ਮੰਦਭਾਗਾ ਹੈ ਕਿ ਗੋਡਸੇ ਦੇ ਜਿਹੜੇ ਬੁੱਤ ਹੈ ਹਾਂਜੀ ਉਹ ਲਗਾਏ ਜਾ ਰਹੇ ਹੈ। ਬੀਜੇਪੀ ਦੀ ਇੱਕ ਐਮਪੀ ਪ੍ਰਗਿਆ ਸਿੰਘ ਠਾਕੁਰ ਜੀ, ਜਿਹਦੇ ਉੱਤੇ ਖੁਦ ਅੱਤਵਾਦ ਦੇ ਚਾਰजेस ਲੱਗੇ ਹੋਏ ਹੈ ਬਲਾਸਟ ਦੇ, ਉਸ ਨੇ ਇੱਕ ਬੜਾ ਸ਼ਰਮਨਾਕ ਬਿਆਨ ਦਿੱਤਾ ਜਿਸ ਦੇ ਵਿੱਚ ਉਸਨੇ ਕਿਹਾ ਕਿ ਨੱਥੂ ਰਾਮ ਗੋਡਸੇ ਦੇਸ਼ ਭਗਤ ਸੀ। ਹਿੰਦੂ ਮਹਾਸਭਾ ਦੀ ਇੱਕ ਲੀਡਰ ਨੇ ਤਾਂ ਸਭ ਹੱਦਾਂ ਬੰਨੇ ਟੱਪਦੇ ਹੋਏ ਮਹਾਤਮਾ ਗਾਂਧੀ ਦਾ ਇੱਕ ਪੁਤਲਾ ਬਣਾਇਆ 30 ਜਨਵਰੀ ਵਾਲੇ ਦਿਨ ਹੀ, ਤੇ ਉਸ ਦੇ ਉੱਤੇ ਗੋਲੀ ਚਲਾਈ ਤੇ ਗਾਂਧੀ ਨੂੰ ਦੁਬਾਰਾ ਕਤਲ ਕੀਤਾ। ਭੰਮ ਸਾਹਿਬ, ਗਾਂਧੀ ਨੂੰ ਹਰ ਰੋਜ਼ ਕਤਲ ਕੀਤਾ ਜਾ ਰਿਹਾ ਹੈ ਜੀ। ਜਦ ਸਾਡੇ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਵੱਧਦੀ ਹੈ ਤਾਂ ਗਾਂਧੀ ਕਤਲ ਹੁੰਦਾ ਹੈ। ਜਦ ਸਾਡੇ ਦੇਸ਼ ਦੇ ਵਿੱਚ ਹਿੰਸਾ ਵੱਧਦੀ ਹੈ ਤਾਂ ਗਾਂਧੀ ਕਤਲ ਹੁੰਦਾ ਹੈ। ਜਦ ਸਾਡੇ ਕਤਲ ਹੋ ਰਿਹਾ ਨਾ ਰੋਜ਼ਾਨਾ, ਜਦ ਲੋਕਾਂ ਦੇ ਹੱਕਾਂ ਨੂੰ ਲਤਾੜਿਆ ਜਾਂਦਾ ਹੈ ਤਾਂ ਗਾਂਧੀ ਕਤਲ ਹੁੰਦਾ ਹੈ ਜੀ। ਪਰ ਭੰਮ ਸਾਹਿਬ, ਗਾਂਧੀ ਦੀ ਜਿਹੜੀ ਤਾਕਤ ਹੈ ਉਹ ਕੋਈ ਛੋਟੀ ਤਾਕਤ ਨਹੀਂ। ਬਿਲਕੁਲ, ਜਿਹੜੇ ਗਾਂਧੀ ਨੂੰ ਨਫ਼ਰਤ ਕਰਦੇ ਆ ਅੰਦਰੋਂ ਅੰਦਰੀ, ਜਿਹੜੇ ਗਾਂਧੀ ਦੇ ਹਥਿਆਰਿਆਂ ਦਾ ਮਹਿਮਾ ਮੰਨਣ ਕਰਦੇ ਆ ਜੀ, ਉਹ ਵੀ ਜਦ ਹਿੰਦੁਸਤਾਨ ਤੋਂ ਬਾਹਰ ਜਾਂਦੇ ਆ ਭੰਮ ਸਾਹਿਬ, ਉਹਨਾਂ ਨੂੰ ਉਸੇ ਗਾਂਧੀ ਦੇ ਪੁਤਲੇ ਦੇ ਅੱਗੇ, ਬੁੱਤ ਦੇ ਅੱਗੇ ਸਿਰ ਝੁਕਾਉਣਾ ਪੈਂਦਾ। ਇਹ ਤਾਕਤ ਹੈ ਗਾਂਧੀ ਦੀ ਤੇ ਗਾਂਧੀਵਾਦ ਦੀ, ਕਿਉਂਕਿ ਜਿਹੜੀ ਦੁਨੀਆ ਹੈ ਉਹ ਗਾਂਧੀਵਾਦ ਦੇ ਨਾਲ ਹੀ ਚੱਲੂਗੀ। ਦੁਨੀਆ ਗੋਡਸੇਵਾਦ ਦੇ ਨਾਲ ਨਹੀਂ ਚੱਲੂਗੀ। ਸੋ ਭੰਮ ਸਾਹਿਬ, ਇਹ ਜਦ ਸਾਰੀਆਂ ਗੱਲਾਂ ਹੋਈਆਂ ਤਾਂ ਉਹ ਇੱਕ ਗਰੋਹ ਜਿਸ ਦੇ ਵਿੱਚ ਨਾਰਾਇਣ ਆਪਟੇ, ਨੱਥੂ ਰਾਮ ਗੋਡਸੇ ਤੇ 3 ਹੋਰ ਵਿਅਕਤੀ ਸੀ, ਉਹਨਾਂ ਨੇ ਫਿਰ ਉੱਥੋਂ ਜਿਹੜਾ ਉਹ ਪੂਨੇ ਦੇ ਵਿੱਚ ਰਹਿਣ ਵਾਲੇ ਸੀ ਸਾਰੇ, ਉਹ ਫਿਰ ਦਿੱਲੀ ਆਉਂਦੇ ਆ ਤੇ ਮਹਾਤਮਾ ਗਾਂਧੀ ਦੀ ਜਾਨ ਦੇ ਉੱਤੇ ਜਿਹੜਾ ਪਹਿਲਾ ਹਮਲਾ ਹੈ ਉਹ ਫਿਰ 12 ਜਨਵਰੀ ਨੂੰ ਹੁੰਦਾ ਹੈ ਜਦ ਬਿਰਲਾ ਹਾਊਸ ਦੇ ਵਿੱਚ ਬੰਬ ਸੁੱਟਿਆ ਜਾਂਦਾ ਹੈ। ਪਰ ਭੰਮ ਸਾਹਿਬ, ਹੈਰਾਨੀ ਦੀ ਗੱਲ ਇਹ ਹੈ ਜੋ ਇਸ ਕਿਤਾਬ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਇੰਡੀਆ ਵਿਨਸ ਫਰੀडम ਦੇ ਵਿੱਚ, ਕਿ ਐਡਾ ਵੱਡਾ ਦੇਸ਼ ਦੇ ਸਭ ਤੋਂ ਵੱਡੇ ਲੀਡਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਜਾਣ ਤੋਂ ਬਾਅਦ ਵੀ ਜਿਹੜੀ ਦਿੱਲੀ ਪੁਲਿਸ ਹੈ ਜਾਂ ਐਡਮਿਨਿਸਟ੍ਰੇਸ਼ਨ ਹੈ, ਦਿੱਲੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਹੋਮ ਮਿਨਿਸਟਰ ਦੇ ਅੰਡਰ ਆਉਂਦੀ ਸੀ, ਉਸ ਨੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਾਂਧੀ ਜੀ ਦੀ ਸੁਰੱਖਿਆ ਦੇ ਵਾਸਤੇ। ਕਿਉਂਕਿ ਭੰਮ ਸਾਹਿਬ, ਜਿਹੜਾ ਬਿਰਲਾ ਹਾਊਸ ਸੀ ਉਹਦੇ ਆਲੇ ਦੁਆਲੇ 4 ਦੀਵਾਰੀ ਸੀ। ਇਹੋ ਜਿਹੀ ਗੱਲ ਨਹੀਂ ਸੀ ਕਿ ਗਾਂਧੀ ਜੀ ਕਿਸੇ ਖੁੱਲੇ ਮੈਦਾਨ ਦੇ ਵਿੱਚ ਲੋਕਾਂ ਨੂੰ ਮਿਲਦੇ ਸੀ। ਉੱਥੇ ਬੜੇ ਹੀ ਸੌਖੇ ਤਰੀਕੇ ਦੇ ਨਾਲ ਚੈਕਿੰਗ ਕਰਕੇ ਬੰਦਿਆਂ ਨੂੰ ਅੰਦਰ ਭੇਜਿਆ ਜਾ ਸਕਦਾ ਸੀ। ਸੋ 30 ਜਨਵਰੀ ਨੂੰ ਇਹ ਕਿਸ ਤਰ੍ਹਾਂ ਹੋਇਆ ਕਿ ਜਿਹੜਾ ਨੱਥੂ ਰਾਮ ਗੋਡਸੇ ਹੈ ਉਹ ਹਥਿਆਰ ਦੇ ਨਾਲ ਬਿਰਲਾ ਹਾਊਸ ਦੇ ਵਿੱਚ ਪਹੁੰਚ ਗਿਆ? ਇਹ ਗੱਲ ਬੜੇ ਵੱਡੇ ਸਵਾਲ ਖੜੇ ਕਰਦੀ ਹੈ। ਬਿਲਕੁਲ, ਉਸ ਦਾ ਵਤੀਰਾ ਇਹ ਜਿਹਾ ਸੀ ਕਿ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਸ ਬੰਦਾ ਜਿਹੜਾ ਹੈ ਇਹਦੇ ਇਰਾਦੇ ਨੇਕ ਨਹੀਂ। ਉਹ ਫਿਰ ਭੰਮ ਸਾਹਿਬ 30 ਜਨਵਰੀ ਵਾਲੇ ਦਿਨ ਜਿਹੜਾ ਨੱਥੂ ਰਾਮ ਗੋਡਸੇ ਹੈ ਉਹ ਪਹਿਲਾਂ ਤਾਂ ਗਾਂਧੀ ਜੀ ਦੇ ਪੈਰ ਛੂੰਹਦਾ ਹੈ। ਪੈਰ ਛੂਹਣ ਤੋਂ ਬਾਅਦ ਫਿਰ 3 ਗੋਲੀਆਂ ਮਹਾਤਮਾ ਗਾਂਧੀ ਨੂੰ ਉਹ ਮਾਰਦਾ ਹੈ ਤੇ ਮਹਾਤਮਾ ਗਾਂਧੀ ਤਾਰਾਸ਼ਾਹੀ ਹੋ ਕੇ ਜਦ ਗਿਰਦੇ ਹੈ ਜੀ ਤਾਂ ਉਹਨਾਂ ਦੇ ਮੁਖ ਚੋਂ ਜਿਹੜੇ ਆਖਰੀ ਬੋਲ ਉਹ ਨਿਕਲਦੇ ਆ, ਹੇ ਰਾਮ। ਤੇ ਗਾਂਧੀ ਜੀ ਫਿਰ 30 ਜਨਵਰੀ 1948 ਨੂੰ ਭੰਮ ਸਾਹਿਬ ਇਸ ਸ਼ਾਂਤੀ ਦੇ ਇਸ ਪੁੰਜ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਹਿੰਦੁਸਤਾਨ ਦੇ ਜਿਹੜੇ ਵੱਖ-ਵੱਖ ਜਿਹੜੇ ਫਿਰਕਾ ਪ੍ਰਸਤ ਹੈ ਉਹਨਾਂ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਬਣ ਚੁੱਕੇ ਸੀ। ਉਹ ਹਿੰਦੁਸਤਾਨ ਦੇ ਵਿੱਚ ਅਮਨ ਅਮਾਨ ਚਾਹੁੰਦੇ ਸੀ ਤੇ ਉਹ ਜਿਹੜੀਆਂ ਫੁੱਟ ਪਾਊ ਨੀਤੀਆਂ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋੜਾ ਉਹ ਬਣ ਚੁੱਕੇ ਸੀਗੇ ਜੀ। ਬਿਲਕੁਲ।